टीवी स्क्रीन टोरंटो देख रहे सारे दर्शकों ਨੂੰ ਮੇਰੇ ਵੱਲੋਂ ਜਾਣੀ ਕਿ KS ਬਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਸਮੇਂ ਮੁਤਾਬਕ ਅਸੀਂ ਹਾਜ਼ਰ ਹੋ ਗਏ ਹਾਂ ਜੀ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਸੋ ਖੁੱਲ੍ਹਾ ਸੱਦਾ ਦੇ ਵਿੱਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਕਰਦੇ ਹਾਂ ਅਤੇ ਸਾਡਾ ਇਸ ਪ੍ਰੋਗਰਾਮ ਦਾ ਮਕਸਦ ਇਹ ਹੈਗਾ ਕਿ ਗੱਲਾਂ ਖੁੱਲ੍ਹੀਆਂ ਕੀਤੀਆਂ ਜਾਣ ਪਰ ਕਰੰਟ ਵਿਸ਼ਿਆਂ ਦੇ ਉੱਤੇ ਕੀਤੀਆਂ ਜਾਣ। ਕੋਈ ਨਾ ਕੋਈ ਮਹਿਮਾਨ ਵੀ ਸਾਡੇ ਨਾਲ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਈਨ ਜਿਹੜੀ ਆ ਉਹ ਮਿਲ ਸਕੇ। ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਬਿਜ਼ੀ ਹੋਣ ਕਰਕੇ ਲਾਈਨ ਜਿਹੜੀ ਆ ਉਹ ਮਿਲਣ ਦੇ ਬਾਵਜੂਦ ਵੀ ਉੱਥੇ ਰੌਲਾ ਗੌਲਾ ਇੰਨਾ ਕੁ ਹੈਗਾ ਕਿ ਕੁਝ ਸੁਣਾਈ ਨਹੀਂ ਸੀ ਦੇ ਰਿਹਾ ਅਤੇ ਇਸ ਕਰਕੇ ਮੈਂ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਅੱਗੇ ਤੋਰਦਾ ਹੋਇਆ ਜਿਹੜੀ ਆਪਾਂ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਚੁਣਿਆ। ਇੱਕ ਤਾਂ ਆਪਾਂ ਗੱਲਬਾਤ ਕਰਨੀ ਹੈਗੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਗੁੰਮ ਹੋਏ ਨੇ ਉਹਦਾ ਹਿਸਾਬ ਕਿਤਾਬ ਲੈਣ ਵਾਸਤੇ ਜਥੇਬੰਦੀਆਂ ਕਹਿ ਲਓ, ਸੰਗਤਾਂ ਕਹਿ ਲਓ, ਜਿਹੜੀਆਂ ਉੱਥੇ ਪਹੁੰਚੀਆਂ, ਜੋ ਹੋਇਆ ਬੀਤਿਆ ਉਹ ਆਪਾਂ ਕੱਲ੍ਹ ਜਿਹੜਾ ਹੈ ਉਹ ਦੇਖ ਚੁੱਕੇ ਹਾਂ ਵੀਡੀਓ ਦੇ ਰਾਹੀਂ। ਉਹ ਉੱਥੇ ਹਿਸਾਬ ਲੈਣ ਵਾਸਤੇ ਪਹੁੰਚੇ ਅਤੇ ਜੋ ਡਾਂਗਾ ਮਾਰ ਜਿਹੜੇ ਲੱਠ ਮਾਰ ਨੇ ਉਹਨਾਂ ਨੇ ਜੋ ਕੁਛ ਉਹਨਾਂ ਨਾਲ ਕੀਤਾ ਉਹ ਵੇਖ ਕੇ ਮੈਨੂੰ ਲੱਗਦਾ ਕਿ ਹਰ ਸਿੱਖ ਦਾ ਜਿਹੜਾ ਹਿਰਦਾ ਹੈ ਉਹ ਜ਼ਰੂਰ ਬਲੁੰਦਰਿਆ ਗਿਆ ਹੋਏਗਾ, ਚਾਹੇ ਉਹ ਦੇਸ਼ ਵਿੱਚ ਚਾਹੇ ਵਿਦੇਸ਼ ਵਿੱਚ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਐਟਲੀਸਟ ਉਹਦੇ ਮਨ ਨੂੰ ਜਿਹੜੀ ਠੇਸ ਆ ਉਹ ਜ਼ਰੂਰ ਪਹੁੰਚੀ ਹੋਈ ਆ ਕਿ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਰਦਾਰ, ਉੱਥੇ ਬੈਠੇ ਹੋਏ ਮਸੰਦਾਂ ਦਾ ਕਿਰਦਾਰ, ਉੱਥੇ ਬੈਠੇ ਹੋਏ ਪ੍ਰਧਾਨ ਦਾ ਕਿਰਦਾਰ, ਉੱਥੇ ਚਲਾ ਰਹੇ ਇਹ ਸਾਰੇ ਪ੍ਰਬੰਧ ਨੂੰ ਜਿਹੜਾ ਦੇਖ ਰੇਖ ਕਰ ਰਹੇ ਨੇ ਉਹਨਾਂ ਦਾ ਇਹ ਕਿਰਦਾਰ ਜਿਹੜਾ ਉਹ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈਗਾ। ਬਹੁਤ ਕੁਛ ਜਾਣਦੇ ਹਾਂ, ਬਹੁਤ ਕੁਛ ਵੇਖਿਆ ਹੋਇਆ, ਬਹੁਤ ਕੁਛ ਜਾਣਨ ਦੇ ਬਾਵਜੂਦ ਵੀ ਕੁਛ ਗੱਲਾਂ ਜਿਹੜੀਆਂ ਨੇ ਉਹ ਸੰਗਤਾਂ ਤੋਂ ਸ਼ਾਇਦ ਛੁਪੀਆਂ ਹੋਈਆਂ ਸੀਗੀਆਂ ਜਿਹੜੀਆਂ ਹੁਣ ਖੁੱਲ੍ਹੇ ਰੂਪ ਦੇ ਵਿੱਚ ਜਿਹੜੀਆਂ ਨੇ ਉਹ ਬਾਹਰ ਆਈਆਂ। ਪਹਿਲਾ ਟੌਪਿਕ ਆਪਾਂ ਇਸ 'ਤੇ ਗੱਲਬਾਤ ਕਰਾਂਗੇ। ਦੂਜੀ ਜਿਹੜਾ ਆਪਾਂ ਇਹਦੇ ਨਾਲ ਜਿਹੜੀ ਰਲਦੀ ਮਿਲਦੀ ਖਬਰ ਹੈਗੀ ਆ, ਜਿਹੜੀ ਆਰਡੀਨੈਂਸ ਬਾਰੇ ਖਬਰ ਆ ਰਹੀ ਹੈਗੀ ਆ, ਉਹਦੇ 'ਤੇ ਆਪਾਂ ਵਿਚਾਰ ਜਿਹੜੀ ਆ ਉਹ ਕਰਾਂਗੇ। ਇਨ ਬਿਟਵੀਨ ਪ੍ਰੋਗਰਾਮ ਦੇ ਦੌਰਾਨ ਅਗਰ ਮੈਨੂੰ ਕੋਈ ਕਾਲ ਜਿਹੜੀ ਆ ਉਹਨਾਂ ਦੀ ਆ ਗਈ ਤਾਂ ਆਪਾਂ ਉਹਨਾਂ ਮਹਿਮਾਨਾਂ ਨੂੰ ਵੀ ਤੁਹਾਡੇ ਨਾਲ ਜਿਹੜਾ ਹੈ ਰੂਬਰੂ ਜ਼ਰੂਰ ਕਰਵਾ ਦਾਂਗੇ। ਨਹੀਂ ਤਾਂ ਫਿਰ ਕੱਲ੍ਹ ਵਾਲੇ ਪ੍ਰੋਗਰਾਮ 'ਚ ਜਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ, ਕੀ ਚੱਲ ਰਿਹਾ, ਉਹਦੇ ਬਾਰੇ ਆਪਾਂ ਕਿਸੇ ਨਾ ਕਿਸੇ ਮਹਿਮਾਨ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਜ਼ਰੂਰ ਪੇਸ਼ ਕਰਾਂਗੇ। ਆਓ ਆਪਾਂ ਅੱਜ ਦੇ ਜਿਹੜਾ ਵਿਸ਼ਾ ਜਿਹੜਾ ਆਪਾਂ ਚੁਣਿਆ ਹੈਗਾ, ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦਾ ਜਿਹੜਾ ਹਿਸਾਬ ਕਿਤਾਬ ਸੰਗਤ ਦੇ ਰੂਪ ਵਿੱਚ ਕਹਿ ਲਈਏ, ਕੋਈ ਜਥੇਬੰਦਕ ਜਿਹੜਾ ਢਾਂਚੇ ਦੇ ਰੂਪ 'ਚ ਕਹਿ ਲਈਏ, ਜਿਹੜੇ ਲੋਕ ਉੱਥੇ ਪਹੁੰਚੇ ਜਿਹੜੇ ਇਸ ਦੇ ਵਾਸਤੇ ਇੱਕ ਕਿਸਮ ਦਾ ਹੁਣ ਸੰਘਰਸ਼ ਵਿੱਚ ਪੈ ਗਏ ਨੇ। ਸੰਘਰਸ਼ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਪਰ ਹੈਰਾਨਗੀ ਦੀ ਗੱਲ ਹੈ ਕਿ ਅੱਜ ਸਾਨੂੰ ਸੰਘਰਸ਼ ਜਿਹੜਾ ਹੈ ਉਹ ਆਪਣੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਹੈ ਉਹ ਨਾਲ ਕਰਨਾ ਪੈ ਰਿਹਾ। ਕਾਰਨ ਇਹ ਕਿ ਸਿੱਖਾਂ ਨੇ ਹਿਸਾਬ ਮੰਗ ਲਿਆ ਉਹਨਾਂ ਕੋਲੋਂ ਕਿ ਸਾਨੂੰ ਹਿਸਾਬ ਦਿੱਤਾ ਜਾਵੇ ਕਿ ਗੁੰਮ ਹੋਏ ਜਿਹੜੇ ਸਰੂਪ ਨੇ ਉਹ ਕਿੱਥੇ ਗਏ, ਉਹਨਾਂ ਨੂੰ ਕੌਣ ਲੈ ਗਿਆ, ਕਿਹਨਾਂ ਨੂੰ ਤੁਸੀਂ ਵੇਚ ਦਿੱਤੇ ਜਾਂ ਕਿਹਨਾਂ ਨੂੰ ਤੁਸੀਂ ਪਹੁੰਚਾ ਦਿੱਤੇ। ਸਵਾਲ ਬਹੁਤ ਵੱਡਾ, ਜਵਾਬ ਉਹ ਨਹੀਂ ਦੇ ਸਕੇ। ਜੇ ਨਹੀਂ ਦੇ ਸਕੇ ਤਾਂ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਿਹਨਾਂ ਦੀ ਕੀਤੀ? ਸਿੱਖਾਂ ਦੀ ਕੀਤੀ ਜਿਹੜੇ ਹਿਸਾਬ ਕਿਤਾਬ ਲੈਣ ਵਾਸਤੇ ਗਏ ਨੇ। ਪਹਿਲਾ ਸਵਾਲ ਤਾਂ ਇਹ ਉੱਠਦਾ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ 1 2 4 5 7 ਬੰਦਿਆਂ ਦੀ ਜਗੀਰ ਆ ਜਾਂ ਉਹ ਸਿੱਖਾਂ ਦਾ ਜਿਹੜਾ ਹੈ ਉਹ ਸਾਂਝਾ ਘਰ ਹੈਗਾ? ਬਹੁਤ ਵੱਡਾ ਸਵਾਲ ਆ। ਇਸ ਟਾਈਮ ਦੇ ਉੱਤੇ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਵੀ ਝਿਜਕ ਨਹੀਂ ਹੈਗੀ ਕਿ ਜਿੰਨਾ ਮੈਂ ਇਸ ਟਾਈਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈਗਾ ਲੌਂਗੋਵਾਲ, ਮੈਂ ਇਹੋ ਜਿਹਾ ਬੰਦਾ ਜਿਹੜਾ ਹੈਗਾ ਉਹ ਸ਼ਾਇਦ ਪਹਿਲੇ ਇੱਕ ਅਜਿਹਾ ਪ੍ਰਧਾਨ ਹੋਏਗਾ ਕਿ ਜਿਹੜਾ ਬਿਲਕੁਲ ਹੀ ਰਬੜ ਦਾ ਮੋਹਰਾ, ਜਿਹੜਾ ਬਿਲਕੁਲ ਹੀ ਰਬੜ ਬਣਿਆ ਬੈਠਾ ਹੈਗਾ, ਜਿਹੜਾ ਮੈਂ ਇਹ ਸਮਝਦਾ ਕਿ ਕੈਪੇਬਲ ਹੀ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ। ਉਹਦੀ ਬਾਡੀ ਲੈਂਗੁਏਜ ਦੇਖ ਲਓ, ਉਹਦੀਆਂ ਸਟੇਟਮੈਂਟਾਂ ਦੇਖ ਲਓ, ਉਹਦੇ ਕੰਮ ਕਰਨ ਦਾ ਤੌਰ ਤਰੀਕਾ ਦੇਖ ਲਓ, ਉਹਨੂੰ ਜਿੱਦਾਂ ਨਾ ਕੋਈ ਕਿਸੇ ਬੰਦੇ ਨੂੰ ਮਤਲਬ ਇੰਨਾ ਵੀ ਗੁਲਾਮੀ ਕੀ ਕਿ ਤੂੰ ਚੱਪਲਾਂ 'ਚ ਹੀ ਬਹਿ ਜਾ, ਉਹਨਾਂ ਦੇ ਬਾਦਲਾਂ ਦੇ ਚੱਪਲਾਂ 'ਚ ਹੀ ਬਹਿ ਗਿਆ ਕਿ ਤੈਨੂੰ ਉਹ ਜੋ ਕਹਿੰਦੇ ਨੇ
ਜਦੋਂ ਤੈਨੂੰ ਕੁਛ ਉਹ ਕਹਿੰਦੇ ਨੇ ਤਦ ਤੂੰ ਬੋਲਦਾ, ਓਨੀ ਦੇਰ ਤੱਕ ਤੇ ਉਹ ਪ੍ਰਧਾਨ ਵਾਲਾ ਮਾਫ ਕਰਨਾ ਮੇਰੀ ਸ਼ਬਦਾਵਲੀ ਨੂੰ, ਕਿਉਂਕਿ ਇਹਨਾਂ ਲੋਕਾਂ ਦੀ ਇੱਜ਼ਤ ਇਹ ਮਸੰਦ ਨੇ। ਇਹਨਾਂ ਦੇ ਵਿੱਚ ਇਹ ਕਈ ਕਹਿੰਦੇ ਨੇ ਕਿ ਰੂਹ ਆ ਗਈ ਨਰੈਣੂ ਦੀ ਇਹਨਾਂ ਦੇ ਵਿੱਚ। ਮੈਨੂੰ ਤੇ ਹੈ ਹੀ ਨਰੈਣੂ ਲੱਗਦੇ ਨੇ, ਔਲਾਦਾਂ ਹੀ ਉਹਨਾਂ ਦੀਆਂ ਨੇ। ਇਹਨਾਂ ਦੀਆਂ ਸਿਰਾਂ ਤੇ ਬੰਨੀਆਂ ਹੋਈਆਂ ਨੀਲੀਆਂ ਪੱਗਾਂ ਤੇ ਪ੍ਰਕਾਸ਼ ਕੀਤੇ ਹੋਏ ਦਾੜਿਆਂ ਦੇ ਉੱਤੇ ਨਾ ਹੀ ਜਾਈਏ ਅਸੀਂ ਤਾਂ ਬਹੁਤ ਚੰਗੀ ਗੱਲ ਹੋਏਗੀ। ਸੋ ਸਿੱਖ ਕੌਮ ਜਿੰਨੀ ਜਲਦੀ ਪਹਿਚਾਣ ਲਵੇ ਇਹਨਾਂ ਜਿਹੜੇ ਮਹੰਤ ਨਰੈਣੂ ਦੇ ਜਿਹੜੇ ਇਹ ਗਾਂ ਇਹਨਾਂ ਦੀ ਜੱਦੀ ਪੁਸ਼ਤੀ ਇਹ ਚੱਲਦੀ ਆ ਰਹੀ ਹੈਗੀ ਆ, ਇਹਨਾਂ ਨੂੰ ਜਿੰਨੀ ਜਲਦੀ ਅਸੀਂ ਪਛਾਣ ਲਈਏ ਤੇ ਜਿੰਨੀ ਜਲਦੀ ਇਹਨਾਂ ਨੂੰ ਇੱਥੋਂ ਅਸੀਂ ਚੱਲਦਾ ਕਰੀਏ ਓਨਾ ਹੀ ਸਾਡੇ ਵਾਸਤੇ ਵਧੀਆ ਹੈਗਾ। ਅੱਜ ਸਿੱਖ ਕੌਮ ਦੇ ਕੋਲ ਇਹ ਸੰਘਰਸ਼ ਕਰਨ ਵਾਸਤੇ ਰਹਿ ਗਿਆ ਕਿ ਸਾਨੂੰ ਆਪਣੇ ਹੀ ਪਾਵਨ ਸਰੂਪਾਂ ਵਾਸਤੇ ਉੱਥੇ ਆਪਣੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਦੇ ਚਲਾ ਰਹੇ ਸਿਸਟਮ ਨੂੰ ਸਾਨੂੰ ਜਿਹੜਾ ਹੈ ਉਹਨਾਂ ਕੋਲ ਹਿਸਾਬ ਜਾਂ ਉਹਨਾਂ ਨੂੰ ਚੈਲੰਜ ਕਰਨਾ ਪੈ ਜਾਵੇ। ਸਿੱਖ ਕੌਮ ਦੇ ਕੋਲ ਦੁਸ਼ਮਣ ਜਿਹੜਾ ਹੈਗਾ ਉਹ ਤਾਂ ਤੁਹਾਡੇ ਘਰ 'ਚ ਆ ਕੇ ਬੈਠਾ ਹੋਇਆ। ਸਿੱਖ ਕੌਮ ਦੇ ਕੋਲ ਤਾਂ ਬਹੁਤ ਸਾਰੇ ਮਸਲੇ ਨੇ ਇਸ ਟਾਈਮ ਦੇ ਉੱਤੇ ਜਿਨ੍ਹਾਂ ਦੇ ਨਾਲ ਉਹਨੂੰ ਜਿਹੜਾ ਹੈ ਉਹ ਉਲਝਣਾ ਪੈ ਰਿਹਾ ਹੈਗਾ, ਉਹਦਾ ਜਵਾਬ ਦੇਣਾ ਪੈ ਰਿਹਾ ਹੈਗਾ। ਬਹੁਤ ਸਾਰੇ ਦੁਸ਼ਮਣ ਜਿਹੜੇ ਨੇ ਉਹ ਲਗਾਤਾਰ ਵਾਰ ਕਰ ਰਹੇ ਨੇ, ਲਗਾਤਾਰ ਹਮਲੇ ਕਰ ਰਹੇ ਨੇ। ਤੇ ਅੱਜ ਅਸੀਂ ਕਿੱਥੇ ਆਣ ਕੇ ਖੜ ਗਏ ਕਿ ਸਾਨੂੰ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਉਹ ਇਹ ਵੀ ਨਹੀਂ ਦੱਸ ਰਹੀ ਕਿ ਭਾਈ ਤੁਸੀਂ ਉਹ ਸਰੂਪ ਦਿੱਤੇ ਕਿਹਨਾਂ ਨੂੰ। ਤੁਹਾਡਾ ਇਹ ਸਵਾਲ ਜਿਹੜਾ ਦਿੱਤਾ ਹੋਇਆ ਜਵਾਬ ਹੈ ਇਹ ਬਿਲਕੁਲ ਵੀ ਕਿਸੇ ਵੀ ਹੱਕ ਦੇ ਵਿੱਚ ਕਿਸੇ ਵੀ ਪਹਿਲੂ ਦੇ ਉੱਤੋਂ ਇਹ ਜਿਹੜਾ ਹੈ ਇਹ ਬਿਲਕੁਲ ਵੀ ਵਾਜਬ ਨਹੀਂ ਹੈਗਾ ਕਿ ਲਓ ਜੀ ਅਸੀਂ ਲਾਲਚਬਾਜ਼ ਸਾਡੇ ਕੁਛ ਜਿਹੜੇ ਉੱਥੇ ਐਮਪਲਾਈਜ਼ ਸੀਗੇ ਉਹਨਾਂ ਨੇ ਇਹ ਜਿਹੜਾ ਹੈਗਾ ਇਹ ਦੇ ਦਿੱਤਾ ਹੈਗਾ ਸਾਨੂੰ ਕਿ ਲੋਕ ਜਿਹੜੇ ਸਰੂਪ ਨੇ ਉਹ ਵੇਚ ਦਿੱਤੇ ਹੈਗੇ ਨੇ। ਦੇਖੋ ਕਿੱਡੀ ਮਾੜੀ ਗੱਲ ਹੈਗੀ ਆ ਭਾਈ, ਤੁਸੀਂ ਵੇਚ ਦਿੱਤੇ, ਤੁਸੀਂ 1 ਰੁਪਈਆ ਲਿਆ, ਤੁਸੀਂ 500 ਰੁਪਈਆ ਲਿਆ, ਤੁਸੀਂ 50,000 ਲਿਆ, ਤੁਸੀਂ ਲੱਖ ਰੁਪਈਆ ਲਿਆ, ਤੁਸੀਂ 10 ਲੱਖ ਰੁਪਈਆ ਲਿਆ, ਡਜ਼ਨ ਮੈਟਰ। ਇਹ ਚੀਜ਼ ਦਾ ਸਵਾਲ ਇੱਕ ਅਲੱਗ ਬਣ ਜਾਂਦਾ ਹੈਗਾ। ਉਹ ਭਾਈ ਤੁਹਾਡੇ ਕੋਲ ਸਿੱਖ ਸੰਗਤ ਇਹ ਪੁੱਛ ਰਹੀ ਹੈਗੀ ਆ ਕਿ ਤੁਸੀਂ ਸਰੂਪ ਦਿੱਤੇ ਕਿਹਨਾਂ ਨੂੰ ਆ, ਗਏ ਕਿੱਥੇ। ਕਮਾਲ ਦੀ ਗੱਲ ਆ ਕਿ ਤੁਸੀਂ ਇਸ ਟਾਈਮ ਦੇ ਉੱਤੇ ਇੱਕ ਸਿੱਖ ਕੌਮ ਨੂੰ ਇੱਕ ਇੰਨਾ ਕੁ ਜਵਾਬ ਨਹੀਂ ਦੇ ਸਕਦੇ, ਉਹਨਾਂ ਨੂੰ ਤੁਸੀਂ ਸੈਟੀਸਫਾਈਡ ਨਹੀਂ ਕਰਾ ਸਕੇ। ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਕੋਲ ਪੁੱਛਿਆ ਗਿਆ, ਉੱਥੇ ਸੰਗਤਾਂ ਬੈਠੀਆਂ ਨੇ, ਤੁਹਾਡੇ ਲਾਠੀ ਮਾਰਾਂ ਨੇ ਜਿਹੜਾ ਹੈ ਉਹ ਜਲੂਸ ਕੱਢ ਕੇ ਰੱਖਤਾ ਸਿੱਖ ਕੌਮ ਦਾ। ਕਮਾਲ ਦੀ ਗੱਲ ਆ। ਇਹ ਲਾਠੀ ਮਾਰ ਪੈਦਾ ਕਿੱਥੋਂ ਹੋ ਗਏ ਭਾਈ, ਇਹ ਪੈਦਾ ਕਿੱਥੋਂ ਹੋ ਗਏ, ਇਹ ਕਿਹਨਾਂ ਨੇ ਪੈਦਾ ਕੀਤੇ। ਕਮਾਲ ਦੀ ਗੱਲ ਆ ਕਿ ਤੁਸੀਂ ਇੰਨੀ ਵੀ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ ਹੈਗੇ। ਤੇ ਰੱਬ ਦੇ ਘਰ ਦੇ ਵਿੱਚ ਦੇਰ ਜ਼ਰੂਰ ਹੁੰਦੀ ਆ, ਅੰਧੇਰ ਬਿਲਕੁਲ ਨਹੀਂ ਹੁੰਦਾ। ਇਹ ਰੱਬ ਜਦੋਂ ਤੁਹਾਨੂੰ ਕਿਸੇ ਚੱਕੀ 'ਚ ਪਾ ਕੇ ਪੀਸੇਗਾ ਨਾ ਤੇ ਭਾਈ ਤੁਹਾਡਾ ਰਹਿਣਾ ਕੱਖ ਨਹੀਂ, ਆਟਾ ਹੀ ਬਣ ਜਾਣਾ ਬਿਲਕੁਲ ਐਨ ਬਿਲਕੁਲ ਪੱਧਰਾ ਕਰਕੇ ਥੱਲੇ ਸੁੱਟਣਾ। ਨਾ ਤੁਹਾਡਾ ਕੋਈ ਦਰੜਫੜਾ ਬਣਨਾ, ਨਾ ਹੀ ਤੁਹਾਡਾ ਕੋਈ ਦਲੀਆ ਬਣਨਾ, ਨਾ ਹੀ ਤੁਹਾਡਾ ਕੁਝ ਹੋਰ ਬਣਨਾ। ਤੁਸੀਂ ਬਿਲਕੁਲ ਰੱਬ ਦੀ ਚੱਕੀ 'ਚ ਜ਼ਰੂਰ ਇੱਕ ਦਿਨ ਪੀਸੇ ਜਾਓਗੇ। ਕਿੱਡੀ ਮਾੜੀ ਗੱਲ ਆ ਕਿ ਤੁਸੀਂ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਕੋਲ ਮੰਗਾਂ ਲੈ ਕੇ ਗਏ ਨੇ, ਬੈਠੇ ਨੇ, ਤੇ ਤੁਸੀਂ ਉਹਨਾਂ ਨੂੰ ਟਕਰਾਅ ਵਾਲੀ ਸਥਿਤੀ 'ਚ ਪਾ ਕੇ ਇੱਕ ਨਿਹੰਗ ਸਿੰਘ ਉਹਨਾਂ ਦੇ ਜਿਹੜੇ ਹੈ ਨੇ ਫਰਲੇ ਵਾਲੇ ਨਿਹੰਗ ਸਿੰਘ ਜ਼ਰੂਰ ਉਹ ਇੰਡੀਕੇਟ ਕਰਦਾ ਸੀ ਕਿ ਉਹ ਕੋਈ ਜਥੇਦਾਰ ਦੇ ਰੂਪ ਦੇ ਵਿੱਚ ਸੀਗੇ ਕਿ ਜਿਨ੍ਹਾਂ ਦੀ ਤੁਸੀਂ ਪੱਗ ਨੂੰ ਉਛਾਲਿਆ, ਕਿ ਸਿੱਖ ਦੀ ਪੱਗ ਨੂੰ ਉਛਾਲੇ। ਤੇ ਕਿੱਡੀ ਮਾੜੀ ਗੱਲ ਹੈਗੀ ਆ। ਇਸ ਤੋਂ ਮਾੜੀ ਗੱਲ ਤਾਂ ਹੋ ਹੀ ਨਹੀਂ ਸਕਦੀ। ਸਾਨੂੰ ਤੁਸੀਂ ਸ਼ਰਮਸਾਰ ਕਰ ਦਿੱਤਾ, ਬਾਹਰ ਬੈਠੀਆਂ ਹੋਈਆਂ ਸੰਗਤਾਂ ਨੂੰ ਵੀ, ਬਾਹਰ ਬੈਠੇ ਹੋਏ ਲੋਕਾਂ ਨੂੰ ਵੀ, ਬਾਹਰ ਬੈਠੇ ਹੋਏ ਸਿੱਖਾਂ ਨੂੰ ਵੀ। ਸਾਡੀ ਕਮਿਊਨਿਟੀ ਦਾ ਤੁਸੀਂ ਜਿਹੜਾ ਹੈ ਉਹ ਸਿਰ ਝੁਕਾ ਕੇ ਰੱਖ ਦਿੱਤਾ, ਸਿਰਫ ਇੱਕ ਆਪਣੀ ਜਿਹੜੀ ਹੈ ਮੈਂ ਪਗਾਉਣ ਦੀ ਖਾਤਰ, ਇੱਕ ਆਪਣੇ ਆਕਾ ਨੂੰ ਖੁਸ਼ ਕਰਨ ਦੀ ਖਾਤਰ। ਤੁਹਾਨੂੰ ਇੱਥੋਂ ਤੱਕ ਵੀ ਕਹਿਣਾ ਜਾਇਜ਼ ਹੈਗਾ ਕਿ ਤੁਹਾਨੂੰ ਹੁਣ ਇਸ ਤੋਂ ਬਾਅਦ ਤਾਂ ਚੱਪਣੀ 'ਚ ਨੱਕ ਡੋਬ ਕੇ ਹੀ ਮਰ ਜਾਣਾ ਚਾਹੀਦਾ। ਇਸ ਤੋਂ ਵੱਧ ਤੁਹਾਨੂੰ ਨਹੀਂ ਕਿਹਾ ਜਾ ਸਕਦਾ ਹੈਗਾ। ਕਈ ਵਾਰੀ ਸਾਨੂੰ ਲੋਕ ਕਹਿੰਦੇ ਨੇ ਕਿ ਕਈ ਵਾਰੀ ਤੁਸੀਂ ਕਿਸੇ ਮੰਚ ਦੇ ਉੱਤੋਂ ਜਿਹੜਾ ਹੈ ਉਹ ਕੁਛ ਜ਼ਿਆਦਾ ਬੋਲ ਜਾਂਦੇ ਹੋ। ਭਾਈ ਜਦੋਂ ਸਾਡੇ ਕੋਲ ਮਾਈਕ ਦੀ ਤਾਕਤ ਹੈ ਅਸੀਂ ਤਾਂ ਬੋਲਾਂਗੇ, ਅਸੀਂ ਤਾਂ ਸੰਗਤ ਨੂੰ ਜ਼ਰੂਰ ਜਾਗਰਤ ਕਰਾਂਗੇ, ਅਸੀਂ ਤਾਂ ਸੰਗਤ ਦੇ ਅੱਗੇ ਸਹੀ ਜਿਹੜਾ ਹੈ ਉਹ ਬਿਲਕੁਲ ਗੱਲ ਰੱਖਾਂਗੇ ਵੀ ਤੇ ਗੱਲ ਕਵਾਂਗੇ ਵੀ ਬਿਲਕੁਲ। ਉਹ ਇਸ ਕਰਕੇ ਕਿ ਅਸੀਂ ਕਿਸੇ ਦੀਆਂ ਚੱਪਲਾਂ 'ਚ ਨਹੀਂ ਬੈਠੇ ਹੋਏ। ਅਸੀਂ ਉਸ ਤਰ੍ਹਾਂ ਦਾ ਮੀਡੀਆ ਨਹੀਂ ਜਿਹੜਾ ਤੁਹਾਡੇ ਕੋਲ ਆ ਕਿ ਜਿਹੜਾ ਮਾਈਕ ਉਹਦੇ ਮੂੰਹ ਅੱਗੇ ਡਾਉਂਦਾ, ਜਿਹੜੇ ਸਿਫਤ ਸਲਾਹ ਹੀ ਕਰਦੇ ਨੇ ਉਹਨਾਂ ਦੀ। ਭਾਈ ਅਸੀਂ ਤਾਂ ਜਿਹੜੀਆਂ ਗੱਲਾਂ ਸੱਚ ਨੇ,
ਸੱਚ ਹੀ ਸੰਗਤ ਦੇ ਜਿਹੜਾ ਹੈ ਉਹ ਰੂਪ ਦੇ ਵਿੱਚ ਅੱਗੇ ਰੱਖਣਾ ਬਿਲਕੁਲ ਬੋਲਾਂਗੇ। ਸਾਨੂੰ ਇਸ ਚੀਜ਼ ਦਾ ਕੋਈ ਉਹ ਨਹੀਂ ਆ। ਬਥੇਰੇ ਲੋਕ ਨੇ ਜਿਹੜੇ ਲੋਕ ਸਾਡੇ ਉੱਤੇ ਵੀ ਵਾਰ ਕਰਦੇ ਨੇ, ਸਾਡੇ ਸੋਸ਼ਲ ਮੀਡੀਆ ਉੱਤੇ ਬਹੁਤ ਦੇਰ, ਸਾਡੀ ਫੇਸਬੁੱਕ ਦੇ ਉੱਤੇ ਕਈ ਦੇਰ ਸਾਨੂੰ ਅਪਲੋਡ ਨਹੀਂ ਕਰਨ ਦਿੱਤੀਆਂ ਗਈਆਂ ਵੀਡੀਓਜ਼। ਬਹੁਤ ਕੁਛ ਜਿਹੜਾ ਹੈ ਸਾਨੂੰ ਵੀ ਇਹ ਚੀਜ਼ ਜਿਹੜਾ ਹੈ ਉਹ ਸਹਿਣੀ ਪੈਂਦੀ ਆ। ਅਸੀਂ ਵੀ ਲੋਕਾਂ ਨੂੰ ਗਾਣੇ ਸੁਣਾ ਕੇ, ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜਾਂ ਪੀਜੇ ਵੰਡ ਕੇ, ਰਸਗੁੱਲੇ ਗੁਲਾਬ ਜਾਮੁਨ ਵੰਡ ਕੇ ਜਾ ਸਕਦੇ ਹੈਗੇ ਆ, ਪਰ ਅਸੀਂ ਗੱਲ ਇੱਥੇ ਬਿਲਕੁਲ ਸਿਧਾਂਤ ਦੀ ਕਰਨੀ ਆ, ਸਿੱਖ ਕੌਮ ਦੀ ਕਰਨੀ ਹੈਗੀ ਆ। ਅਤੇ ਜੋ ਹਾਲਾਤ ਇਸ ਟਾਈਮ ਦੇ ਉੱਤੇ ਬਣੇ ਨੇ, ਅਸੀਂ ਉਹਨਾਂ ਦੀ ਜਿਹੜੀ ਗੱਲਬਾਤ ਕਰਨੀ ਹੈਗੀ ਆ। ਸੋ ਇਹ ਇੱਕ ਸ਼ਰਮਨਾਕ ਘਟਨਾ। ਮੇਰਾ ਜਦ ਵੀ ਸੰਪਰਕ ਉੱਥੋਂ ਦੇ ਆਪਣਾ ਜਿਹੜੇ ਇਸ ਟਾਈਮ ਦੇ ਉੱਤੇ ਅਗਵਾਈ ਕਰਦੇ ਨੇ ਕਿਸੇ ਨਾਲ ਵੀ ਬਣ ਗਿਆ, ਮੈਂ ਖੋਸੇ ਹੁਣਾਂ ਨਾਲ ਜਿਹੜਾ ਉਹਨਾਂ ਨੂੰ ਮੈਸੇਜ ਛੱਡਿਆ ਹੋਇਆ, ਜਦ ਵੀ ਉਹਨਾਂ ਦੀ ਕਾਲ ਆ ਗਈ ਤਾਂ ਮੈਂ ਜ਼ਰੂਰ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਜਿਹੜਾ ਹੈ ਉਹ ਲਵਾਂਗਾ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਜ਼ਰੂਰ ਹੋ ਸਕੇ ਤਾਂ ਅੱਜ ਵਾਲੇ ਪ੍ਰੋਗਰਾਮ, ਨਹੀਂ ਤਾਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਨੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕੀਤੀ ਹੈ। ਉਹਨਾਂ ਦਾ ਕਿੱਦਾਂ ਦਾ ਸੰਘਰਸ਼ ਆ, ਕੀ ਉਹਨਾਂ ਦੀ ਰੂਪ ਰੇਖਾ ਉਹਨਾਂ ਨੇ ਤਿਆਰ ਕੀਤੀ ਆ, ਕਿਉਂਕਿ ਇਹ ਲੋਕ ਇੰਨੇ ਸ਼ਾਤਰ ਅਤੇ ਇੰਨੇ ਚਲਾਕ ਨੇ ਕਿ ਇਹ ਲੋਕ ਜਿਹੜੇ ਨੇ ਇਹ ਤੁਹਾਡੇ ਵਿੱਚ ਵੀ ਉੱਥੇ ਜਿਹੜਾ ਨੇ ਇਹੋ ਜਿਹੇ ਬੰਦੇ ਵਾੜਨਗੇ ਜਿਹੜੇ ਬੰਦੇ ਉਸ ਸੰਘਰਸ਼ ਨੂੰ ਜਿਹੜਾ ਹੈ ਉਹ ਢਾਹ ਲਾਉਣਗੇ, ਅਤੇ ਤੁਹਾਨੂੰ ਵੀ ਜਿਹੜੀ ਤੁਸੀਂ ਇਨਸਾਫ ਦੀ ਮੰਗ ਕਰਦੇ ਪਏ ਹੋ ਉਹ ਤੁਹਾਡੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਮੀਡੀਆ ਦੇ ਥਰੂ ਜਾਂ ਕਿਸੇ ਹੋਰ ਤਰੀਕੇ ਦੇ ਥਰੂ ਜਿਹੜਾ ਉਹਨਾਂ ਦਾ ਆਪਣਾ ਮੀਡੀਆ ਉਹਦੇ ਥਰੂ ਉਹ ਜਿਹੜਾ ਕੋਈ ਨਾ ਕੋਈ ਤੁਹਾਡੇ 'ਤੇ ਇਲਜ਼ਾਮ ਲਗਾ ਕੇ ਅਤੇ ਤੁਹਾਡਾ ਜਿਹੜਾ ਇਹ ਮੋਰਚਾ ਜਾਂ ਜਿਹੜਾ ਤੁਹਾਡਾ ਸੰਘਰਸ਼ ਹੈਗਾ ਇਹਨੂੰ ਫੇਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ। ਮੈਂ ਇੱਕ ਸਵਾਲ ਲੌਂਗੋਵਾਲ ਨੂੰ ਜ਼ਰੂਰ ਕਰਨਾ ਚਾਹਾਂਗਾ ਕਿ ਇਹ ਕਿਸ ਰੂਪ ਦੇ ਵਿੱਚ ਸਟੇਟਮੈਂਟ ਦਿੱਤੀ ਜੀ ਇੱਥੇ ਅੱਜ ਤੱਕ ਕੋਈ ਮੋਰਚਾ ਨਹੀਂ ਲੱਗਿਆ, ਅਤੇ ਭਾਈ ਸੰਤ ਜਰਨੈਲ ਸਿੰਘ ਹੋਣਾ ਨੇ ਧਰਮਯੁੱਧ ਮੋਰਚਾ ਕਿੱਥੋਂ ਸ਼ੁਰੂ ਕੀਤਾ ਸੀਗਾ? ਉਦੋਂ ਕੰਨ ਬੰਦ ਸੀ, ਬੋਲੇ ਸੀ ਤੁਸੀਂ, ਕਿ ਜਾਂ ਤੁਸੀਂ ਹਲੇ ਤੁਹਾਨੂੰ ਕੋਈ ਸਿੱਖ ਕੌਮ ਦਾ ਪਤਾ ਹੀ ਨਹੀਂ ਸੀਗਾ? ਫਿਰ ਉਹੀ ਗੱਲ ਕਿ ਤੁਸੀਂ ਹੈ ਹੀ ਨਰੈਣੂ ਦੀ ਔਲਾਦ, ਇਸ ਕਰਕੇ ਤੁਹਾਨੂੰ ਪਤਾ ਹੀ ਕੁਛ। ਕਾਹਦੀਆਂ ਤੁਸੀਂ ਨੀਲੀਆਂ ਪੱਗਾਂ ਬੱਧੀਆਂ ਨੇ, ਧੱਕੇ ਨਾਲ ਸਿਰ ਫਸਾਏ ਨੇ? ਕਿਉਂ ਤੁਸੀਂ ਸਿੱਖ ਕੌਮ ਦਾ ਨੁਕਸਾਨ ਕਰਨ ਬੈਠੇ ਹੋਏ ਹੋ? ਕਿਉਂ ਲੋਕਾਂ ਨੂੰ ਗਮਰਾਹ ਜਿਹੜਾ ਉਹ ਕਰਦੇ ਪਏ ਹੈਗੇ? ਤੁਸੀਂ ਕੈਪੇਬਲ ਹੈਗੇ ਹੋ ਉਸ ਐਡੀ ਵੱਡੀ ਸੰਸਥਾ ਦੇ ਉੱਤੇ ਬੈਠਣ ਦੇ? ਬਿਲਕੁਲ ਤੁਸੀਂ ਕੈਪੇਬਲ ਨਹੀਂ ਹੋ, ਬਿਲਕੁਲ ਵੀ ਤੁਸੀਂ ਕੈਪੇਬਲ ਨਹੀਂ ਹੋ। ਤੁਸੀਂ ਤਾਂ ਗੁਰੂ ਘਰ ਨੂੰ ਇੱਕ ਖਿਡੌਣੇ ਦੀ ਤਰ੍ਹਾਂ ਖੇਡ ਰਹੇ ਹੋ ਉੱਥੇ ਬੈਠ ਕੇ। ਕਿੱਡੀ ਸ਼ਰਮਨਾਕ ਗੱਲ ਆ ਕਿ ਤੁਸੀਂ ਆਪਣੇ ਭਰਾਵਾਂ ਦੇ ਉੱਤੇ ਜਿਹੜਾ ਹੈ ਉਹ ਲਾਠੀਆਂ ਭਰਾਉਂਦੇ ਹੋ। ਤੁਸੀਂ ਇਤਿਹਾਸ ਨੂੰ ਨਹੀਂ ਪੜ੍ਹਿਆ? ਮਿਸਲਾਂ ਦੇ ਵਿੱਚ ਕਿੰਨੀ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵਿਚਾਰਧਾਰਕ ਤੌਰ ਦੇ ਉੱਤੇ ਉਸ ਤਰ੍ਹਾਂ ਦੇ ਨਾਲ ਕਿੰਨੀ ਉਹਨਾਂ ਦੀ ਵਖਰੇਵਾਂ ਸੀ। ਇਸ ਦੇ ਬਾਵਜੂਦ ਵੀ ਆਪਣੇ ਹਥਿਆਰ ਤੇ ਘੋੜੇ ਸਾਈਡ ਤੇ ਬੰਨ੍ਹ ਕੇ ਫਿਰ ਵੀ ਉਹ ਗੁਰੂ ਭਾਈ ਦੀ ਤਰ੍ਹਾਂ ਦੇ ਨਾਲ ਆਣ ਕੇ ਬੈਠ ਕੇ ਵਿਚਾਰ ਕਰਦੇ ਸੀ। ਤੇ ਤੁਹਾਨੂੰ ਤੇ ਕੋਈ ਵਿਚਾਰ ਜਾਂ ਸਵਾਲ ਹੀ ਨਹੀਂ ਪੁੱਛ ਸਕਦਾ ਹੈਗਾ। ਜੇ ਤੁਹਾਨੂੰ ਕੋਈ ਵਿਚਾਰ ਨਹੀਂ ਤੁਹਾਡੇ ਨਾਲ ਕਰ ਸਕਦਾ, ਬੈਠ ਸਕਦੇ, ਸਵਾਲ ਨਹੀਂ ਪੁੱਛ ਸਕਦਾ ਤੇ ਭਾਈ ਤੁਸੀਂ ਤਾਂ ਫਿਰ ਹਿਟਲਰ ਵਰਗੇ ਹੋ ਗਏ। ਇਹ ਇਦਾਂ ਤਾਂ ਕੌਮ ਨੇ ਤੁਹਾਨੂੰ ਨਹੀਂ ਚੱਲਣ ਦੇਣਾ। ਕਿੰਨੀ ਕੁ ਦੇਰ ਚੱਲਣ ਦੇਗਾ ਕੌਮ? ਕਿੰਨੀ ਕੁ ਦੇਰ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ? ਉਹ ਭਾਈ ਸਿੱਖ ਸੰਗਤ ਦੇ ਚੜਾਵੇ ਦੇ ਉੱਤੇ ਤੁਸੀਂ ਉੱਥੋਂ ਜਿਹੜੀ ਐਸ਼ ਪ੍ਰਸਤੀ ਕਰਦੇ ਹੋ, ਤੁਸੀਂ ਗੱਡੀਆਂ 'ਚ ਤੇਲ ਪਾਉਂਦੇ ਹੋ, ਇੰਨੀਆਂ ਤਨਖਾਹਾਂ ਲੈਂਦੇ ਹੋ, ਸਭ ਕੁਛ ਕਰਦੇ ਹੋ, ਐਸ਼ ਪ੍ਰਸਤੀਆਂ ਕਰਦੇ ਹੋ ਤੁਸੀਂ। ਇਹ ਸਭ ਕੁਝ ਸਿੱਖ ਸੰਗਤ ਦੇ ਹੋਣ ਦੇ ਕਰਕੇ ਹੀ ਤੁਸੀਂ ਕਰਦੇ ਹੋ, ਤੇ ਉਸ ਮਹਾਨ ਅਸਥਾਨ ਦੇ ਕਰਕੇ ਹੀ ਤੁਸੀਂ ਇਹ ਚੀਜ਼ਾਂ ਕਰਦੇ ਹੋ। ਤੇ ਤੁਸੀਂ ਉਹਦੀ ਮਰਿਆਦਾ ਨੂੰ ਤੁਸੀਂ ਬਿਲਕੁਲ ਹੀ ਭੁੱਲ ਗਏ। ਤੁਸੀਂ ਉਹਦੀ ਮਰਿਆਦਾ ਜਿਹੜੀ ਆ ਬਿਲਕੁਲ ਹੀ ਨਹੀਂ ਉਹ ਹੋਣ ਦਿੱਤੀ ਗਈ। ਕਈ ਬੰਦਿਆਂ ਨੇ ਆਣ ਕੇ ਪਿੱਛੇ ਲੋਕਾਂ ਨੇ ਸਾਨੂੰ ਵੀ ਕਰੋਨਾ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਦਰਬਾਰ ਸਾਹਿਬ ਗਏ ਨੇ ਉਹ ਕਹਿੰਦੇ ਜੀ ਉੱਥੇ ਤਾਂ ਜਿਹੜੇ ਉਹ ਲੱਠ ਮਾਰ ਨੇ ਬਹੁਤ ਭੈੜੀ ਤਰ੍ਹਾਂ ਦੇ ਨਾਲ ਉਹ ਦੇਖਦੇ ਨੇ, ਤੇ ਲੋਕਾਂ ਨੂੰ ਕਈ ਵਾਰੀ ਧੱਕੇ ਮਾਰਦੇ, ਇੱਕ ਦੋ ਨੂੰ ਤੇ ਧੱਕੇ ਵੀ ਉਹਨਾਂ ਨੇ ਮਾਰੇ। ਕਿੰਨੀ ਦੂਰ ਤੋਂ, ਹਜ਼ਾਰਾਂ ਮੀਲ ਤੋਂ, ਚਾਹੇ ਕੋਈ 5 ਕਿਲੋਮੀਟਰ ਤੋਂ ਜਾਵੇ, ਚਾਹੇ ਕੋਈ ਹਜ਼ਾਰਾਂ ਕਿਲੋਮੀਟਰ, ਉਹ ਗਿਆ ਤਾਂ ਸ਼ਰਧਾਵਾਨ ਹੋ ਕੇ ਹੀ ਆ ਨਾ ਉੱਥੇ ਦਰਬਾਰ ਸਾਹਿਬ ਦੇ ਵਿੱਚ। ਤੇ ਭਾਈ ਦਰਬਾਰ ਸਾਹਿਬ ਤੁਹਾਡੀ ਕੋਈ ਜੱਦੀ ਜਾਇਦਾਦ ਤਾਂ ਹੈ ਨਹੀਂ ਗੀ ਕਿ ਕਿਸੇ ਨੂੰ ਤੁਸੀਂ ਕਿੱਦਾਂ ਮੱਥਾ ਟੇਕਣ ਦੇਣਾ ਜਾਂ ਕਿਸੇ ਨਾਲ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਨਾ। ਤੁਹਾਨੂੰ ਜਿਹੜਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਨੇੜਿਓਂ ਦੇਖ ਲੈਣੀਆਂ ਚਾਹੀਦੀਆਂ, ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡੇ ਵਾਸਤੇ ਕੋਈ ਚੰਗਾ ਨਹੀਂ। ਸੰਗਤ ਦਾ ਜਿਹੜਾ ਇਕੱਠ ਹੁੰਦਾ, ਸੰਗਤ ਦੀ ਜਿਹੜੀ ਤਾਕਤ ਹੁੰਦੀ ਆ, ਉਹ ਬਹੁਤ ਜ਼ਿਆਦਾ ਵੱਡੇ ਰੂਪ ਦੇ ਵਿੱਚ ਜਦੋਂ ਇਕੱਠੀ ਹੋ ਕੇ ਇੱਕ ਸਾਈਡ ਨੂੰ ਚੱਲ ਪੈਂਦੀ ਹੈਗੀ ਆ, ਤੇ ਫਿਰ ਭਾਈ ਭੱਜਣ ਨੂੰ ਜਿਹੜਾ ਰਸਤਾ ਉਹ ਨਹੀਂ ਲੱਭਦਾ ਹੁੰਦਾ। ਤੇ ਇੱਕ ਮੈਨੂੰ ਇੱਥੇ ਅਫਸੋਸ ਨਾਲ ਇੱਕ ਗੱਲ ਹੋਰ ਕਹਿਣੀ ਪੈ ਰਹੀ ਹੈ। ਠੀਕ ਹੈ, ਕੁਛ ਜਥੇਬੰਦਕ ਢਾਂਚੇ ਦੇ ਰੂਪ ਵਿੱਚ, ਇੱਕ ਆਮ ਸੰਗਤ ਦੇ ਰੂਪ ਦੇ ਵਿੱਚ
ਲੋਕ ਇਕੱਠੇ ਹੋ ਕੇ ਇਹ ਸਰੂਪਾਂ ਦਾ ਜਿਹੜਾ ਮਸਲਾ ਇਸ ਟਾਈਮ ਦੇ ਉੱਤੇ ਚੱਲਿਆ ਹੈਗਾ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਜਿਹੜੇ ਨੇ ਉਹ ਗੁੰਮ ਹੋਏ, ਉਹਨਾਂ ਦੀ ਗੱਲਬਾਤ ਚੱਲ ਰਹੀ ਹੈਗੀ ਆ, ਉਹਦੇ ਵਾਸਤੇ ਲੋਕ ਇਕੱਠੇ ਹੋ ਰਹੇ ਨੇ, ਸੰਗਤ ਦੇ ਰੂਪ 'ਚ ਤਾਂ ਇਕੱਠੇ ਹੋ ਰਹੇ ਨੇ। ਇੱਕ ਗੱਲ ਦਾ ਮੈਨੂੰ ਅਫਸੋਸ ਉਹਦੇ ਵਿੱਚ ਦੇਖਣ ਨੂੰ ਵੀ ਲੱਗਿਆ, ਜਾਂ ਆਲੇ ਦੁਆਲੇ ਤੋਂ ਦੇਖਣ ਨੂੰ ਵੀ ਲੱਗਿਆ ਹੈਗਾ, ਕਿ ਅਸੀਂ ਫਿਰ ਵੀ ਇਕੱਠੇ ਨਹੀਂ ਆ। ਬਹੁਤ ਸਾਰੇ ਅਲੱਗ-ਅਲੱਗ ਅਸੀਂ ਡੁਗਰੀ ਵਜਾ ਰਹੇ ਹੈਗੇ ਆ, ਕੋਈ ਪਾਰਟੀ ਦੇ ਤੌਰ 'ਤੇ ਅਲੱਗ ਤੁਰਿਆ ਫਿਰ ਰਿਹਾ, ਕੋਈ ਜਥੇਬੰਦੀ ਦੇ ਤਾਂ ਅਸੀਂ ਹੱਲੇ ਵੀ ਗੁਰੂ ਗ੍ਰੰਥ ਸਾਹਿਬ ਦੇ ਮਾਰਗਦਰਸ਼ਨ ਦੇ ਉੱਤੇ ਚੱਲ ਕੇ ਰਾਜੀ ਨਹੀਂ ਹੈਗੇ, ਕਿ ਜਿਸ ਟਾਈਮ ਦੇ ਉੱਤੇ ਸਾਡੀ ਸਰਵਾਈਵਲ ਦੇ ਉੱਤੇ ਸਵਾਲ ਪੈਦਾ ਹੋ ਰਹੇ ਨੇ, ਸਾਡੀ ਸਰਵਾਈਵਲ ਟਫ ਆਉਣ ਵਾਲੇ ਟਾਈਮ ਦੇ ਵਿੱਚ ਹੋ ਰਹੀ ਹੈਗੀ ਆ, ਜਵਾਨੀ ਕਿਸ ਰੁੱਖ ਨੂੰ ਜਾ ਰਹੀ ਹੈਗੀ ਆ, ਅਤੇ ਇਸ ਵਾਸਤੇ ਵੀ ਸਾਨੂੰ ਇਸ ਟਾਈਮ ਦੇ ਉੱਤੇ ਇਕੱਠੇ ਹੋਣ ਵਾਸਤੇ ਇੱਕ ਸੰਘਰਸ਼ ਕਰਨਾ ਪੈ ਰਿਹਾ, ਕਿ ਇਹ ਦੇਖਣਾ ਪੈ ਰਿਹਾ ਕਿ ਕੋਈ ਚੌਧਰ ਨਾ ਲੈ ਜਾਵੇ, ਕਿਸੇ ਅਸੀਂ ਚੌਧਰਾਂ ਦੇ ਮਗਰ ਪੈਣ ਕਰਕੇ ਤੇ ਅੱਜ ਅਸੀਂ ਕੌਮ ਦਾ ਤੇ ਆਪਣਾ ਖੁਦ ਨੁਕਸਾਨ ਜਿਹੜਾ ਉਹ ਕਰਦੇ ਚੱਲੇ ਆ ਰਹੇ ਹੈਗੇ ਆ। ਸੋ ਅਪੀਲ ਹੀ ਅਸੀਂ ਕਰ ਸਕਦੇ ਹੈਗੇ ਆ ਵੀ ਭਾਈ, ਜੇ ਕੋਈ ਸੰਘਰਸ਼ ਤੁਸੀਂ ਕਰਨਾ, ਜੇ ਕੋਈ ਗੱਲਬਾਤ ਕਰਨੀ ਆ ਤਾਂ ਇਕੱਠੇ ਹੋ ਕੇ ਕਰੋ। ਤੁਸੀਂ ਆਪਣਾ ਜਿਹੜੇ ਨਿੱਜੀ ਮਫਾਦ ਨੇ ਜਾਂ ਨਿੱਜੀ ਕੋਈ ਤੁਸੀਂ ਸੋਚਦੇ ਹੋ ਕਿ ਮੈਨੂੰ ਚੌਧਰ ਮਿਲ ਜਾਵੇ, ਉਹਨੂੰ ਪਿੱਛੇ ਹਟ ਕੇ ਇੱਕ ਆਮ ਸਿੱਖ ਦੇ ਰੂਪ ਦੇ ਵਿੱਚ ਕਦੀ ਵਿਚਰ ਕੇ ਵੇਖੋ, ਕਦੀ ਤੁਸੀਂ ਉਸ ਸੰਘਰਸ਼ ਦੇ ਵਿੱਚ ਉਸ ਦੀ ਗੱਲਬਾਤ ਕਰਕੇ ਵੇਖੋ, ਤੁਹਾਨੂੰ ਇੱਕ ਆਨੰਦ ਆਏਗਾ, ਤੁਹਾਨੂੰ ਇੱਕ ਅਲੱਗ ਤਰ੍ਹਾਂ ਦੀ ਸੋਚ ਪੈਦਾ ਹੋਏਗੀ ਤੁਹਾਡੀ ਉਹਦੇ ਵਿੱਚ। ਪਰ ਜੇ ਆਪਾਂ ਚੌਧਰਾਂ ਪਿੱਛੇ ਲੜਦੇ ਰਹੇ, ਆਪਣੀਆਂ ਜਿਹੜੀਆਂ ਨੇ ਚੌਧਰਾਂ ਪਿੱਛੇ ਅਸੀਂ ਇੱਕ ਦੂਜੇ ਨੂੰ ਡਾਂਗਾ ਡਾਂਗੀ ਹੁੰਦੇ ਰਹੇ, ਤਾਂ ਫਿਰ ਮੈਨੂੰ ਲੱਗਦਾ ਕਿ ਸਾਡੇ ਵਾਸਤੇ ਇਹ ਬੜੀ ਹੀ ਮਾੜੀ ਗੱਲ ਜਿਹੜੀ ਆ ਉਹ ਹੋਵੇਗੀ, ਅਤੇ ਸਾਨੂੰ ਇਸ ਤੋਂ ਗਰੇਜ਼ ਕਰਨਾ ਚਾਹੀਦਾ। ਦੂਜੇ ਸੈਗਮੈਂਟ ਦੇ ਵਿੱਚ ਮੈਂ ਗੱਲ ਕੀਤੀ ਸੀਗੀ